ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿਗੁਰੂ ਕੀ ਪਿਆਰੇ ਹੋ, ਗਾਵ ਸਚੀ ਬਾਣੀ। ਬਾਣੀ ਤਾਂ ਗਾਵ ਗੁਰੂ ਕੇਰੀ, ਬਾਣੀ ਆਸਰ ਬਾਣੀ। ਜਿਨ ਕਾ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਨਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨੀਂਬਾਜੀ, ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ, ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਸੋ ਆਓ ਗੁਰੂ ਪਿਆਰਿਓ, ਰਲ ਮਿਲ ਕੇ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਜਿਨ੍ਹਾਂ ਵਚਨਾਂ ਦੇ ਨਾਲ ਅੱਜ ਆਪਾਂ ਸਾਂਝ ਪਾਵਾਂਗੇ, ਉਹ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਇਹਨਾਂ ਵਚਨਾਂ ਦੇ ਨਾਲ ਗੁਰੂ ਪਾਤਸ਼ਾਹ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪੰਜਵਾ। ਪਾਉ ਸਰਨਾਈ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ, ਜੋ ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਰਹਾਉ ਵਾਲੀਆਂ ਪੰਕਤੀਆਂ ਨੇ, ਉਹਨਾਂ ਦੇ ਦੁਆਰਾ ਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਭੈ ਭੰਜਨ ਪ੍ਰਭ ਮਨ ਨਾ ਵਸਾਈ। ਡਰਪਤ ਜਨਮ ਬਹੁਤ ਜਾਹੀ ਰਹਾਉ। ਭੈ ਭੰਜਨ ਪ੍ਰਭ ਦਾ ਭਾਵ ਹੁੰਦਾ ਹੈ ਸਾਰੇ ਡਰਾਂ ਦਾ ਨਾਸ਼ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਮਨ ਦਾ ਭਾਵ ਹੁੰਦਾ ਹੈ ਮਨ ਦੇ ਵਿੱਚ। ਨਾਮ ਵਸਾਈ ਦਾ ਭਾਵ ਹੁੰਦਾ ਜਿਹੜੇ ਮਨੁੱਖ ਨਹੀਂ ਵਸਾਉਂਦੇ। ਯਾਹੀ ਦਾ ਭਾਵ ਹੁੰਦਾ ਹੈ ਲੰਘ ਜਾਂਦੇ ਨੇ। ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਦੁਆਰਾ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਭੈ ਭੰਜਨ ਪ੍ਰਭ ਮਨ ਨਾ ਵਸਾਈ। ਹੇ ਭਾਈ, ਜਿਹੜੇ ਮਨੁੱਖ ਸਾਰੇ ਡਰਾਂ ਦੇ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ, ਉਹਨਾਂ ਦੇ ਅਨੇਕਾਂ ਜਨਮ ਇਹਨਾਂ ਡਰਾਂ ਤੋਂ
ਕੰਮਦਿਆਂ ਹੀ ਬੀਤ ਜਾਂਦੇ ਨੇ। ਭਾਵ ਜਿਹੜੇ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ, ਜਿਹੜੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਡਰਾਂ ਦੇ ਅਧੀਨ ਹੋ ਕੇ ਗੁਜ਼ਰ ਜਾਂਦੀ ਹੈ। ਤੇ ਸਤਿਗੁਰੂ ਸਭ ਦੀ ਸ਼ੁਰੂਆਤ ਇਹਨਾਂ ਵਚਨਾਂ ਦੇ ਨਾਲ ਕਰਦੇ ਨੇ। ਪਾਤਸ਼ਾਹ ਕਹਿੰਦੇ ਪਾਉ ਸਰ ਨਾਈ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ। ਪਾਉ ਸਰਨਾਈ ਜਿਨ ਦਾ ਭਾਵ ਹੁੰਦਾ ਸਤ ਸੰਗੀ, ਜਿਸ ਮਨੁੱਖ ਨੇ। ਹਰ ਜਾਤੇ ਦਾ ਭਾਵ ਹੁੰਦਾ ਹਰੀ ਦੇ ਨਾਲ ਡੂੰਘੀ ਸਾਂਝ ਪਾਈ। ਸੀਤਲ ਦਾ ਭਾਵ ਹੁੰਦਾ ਠੰਡਾ ਸ਼ਾਂਤ। ਰਾਤੇ ਦਾ ਭਾਵ ਹੁੰਦਾ ਰਤਿਆ ਹੋਇਆ, ਪਿਆਰ ਪਾਇਆ। ਪਾਤਸ਼ਾਹ ਕਹਿੰਦੇ ਪਾਉ ਸਰਨਾਈ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ। ਸਤਿਗੁਰੂ ਕਹਿੰਦੇ ਹੇ ਭਾਈ, ਜਿਸ ਮਨੁੱਖ ਨੇ ਪਰਮਾਤਮਾ ਦੇ ਨਾਲ ਜਾਣ ਪਛਾਣ ਪਾ ਲਈ, ਭਾਵ ਜਿਹੜੇ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਨਾਲ ਮੁਹੱਬਤ ਕਰਨ ਲੱਗ ਪਏ, ਜਿਹਨੇ ਪਰਮਾਤਮਾ ਦੀ ਬੰਦਗੀ ਕਰਨ ਲੱਗ ਪਏ, ਉਸ ਦੀ ਸ਼ਰਨ ਪਿਆ ਪਰਮਾਤਮਾ ਦੀ ਬੰਦਗੀ ਕਰਨ ਲੱਗੇ ਆ। ਜਿਸ ਮਨੁੱਖ ਨੇ ਪਰਮਾਤਮਾ ਦੇ ਨਾਲ ਜਾਣ ਪਛਾਣ ਪਾ ਲਈ, ਉਸ ਦੀ ਸ਼ਰਨ ਪਿਆ ਰਹੋ ਪਰਮਾਤਮਾ ਦੀ। ਕਿਉਂਕਿ ਪਰਮੇਸ਼ਰ ਚਰਨਾਂ ਦੇ ਵਿੱਚ ਪਿਆਰ ਪਾਇਆ, ਮਨੁੱਖ ਦਾ ਮਨ ਠੰਡਾ ਸ਼ਾਂਤ ਹੋ ਜਾਂਦਾ ਹੈ, ਸ਼ੀਤਲ ਹੋ ਜਾਂਦਾ ਹੈ ਮਨ। ਭਾਵ ਸਾਡੇ ਸਰੀਰ ਦੇ ਜੋ ਇੰਦਰੇ ਨੇ ਉਹ ਸਾਰੇ ਸ਼ਾਂਤ ਹੋ ਜਾਂਦੇ ਨੇ। ਤੇ ਸਤਿਗੁਰੂ ਅੱਗੇ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਜਾ ਕੈ ਹਿਰਦੈ ਬਸਿਓ ਹਰ ਨਾਮ, ਸਗਲ ਮਨੋਰਥ ਤਾਂ ਕੀ ਪੂਰਨ ਕਾਮ। ਹਿਰਦੇ ਦਾ ਭਾਵ ਹੁੰਦਾ ਹੈ ਹਿਰਦੇ ਦੇ ਵਿੱਚ, ਤਾਂ ਕਿ ਦਾ ਭਾਵ ਹੁੰਦਾ ਹੈ ਉਸ ਦੇ। ਪਾਤਸ਼ਾਹ ਕਹਿੰਦੇ ਜਾ ਕੈ ਹਿਰਦੈ ਬਸਿਓ ਹਰ ਨਾਮ, ਸਗਲ ਮਨੋਰਥ ਤਾਂ ਕੀ ਪੂਰਨ ਕਾਮ। ਹੀ ਭਾਈ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ, ਉਸਦੇ ਸਾਰੇ ਕੰਮ, ਸਾਰੇ ਮਨੋਰਥ ਸਫਲ ਹੋ ਜਾਂਦੇ ਨੇ। ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ, ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਦਾ ਹੈ, ਉਸ ਮਨੁੱਖ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ, ਸਾਰੇ ਉਹਦੇ ਮਨੋਰਥ ਸਫਲ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ ਜਨਮ ਜਰਾ ਮਿਰਤ ਜਿਸ ਵਾਸ, ਸੋ ਸਮਰੱਥ ਸਿਮਰ ਸਾਸ ਗਿਰਾਸ। ਜਨਮ ਦਾ ਭਾਵ ਹੁੰਦਾ ਸਤ ਸੰਗੀ ਜ਼ਿੰਦਗੀ ਜੋ ਸਾਨੂੰ ਮਿਲੀ ਹੋਈ ਹੈ। ਜਰਾ ਦਾ ਭਾਵ ਹੁੰਦਾ ਹੈ ਬੁਢੇਪਾ। ਮਿਰਤ ਦਾ ਭਾਵ ਹੁੰਦਾ ਹੈ ਮੌਤ। ਵਾਸ ਦਾ ਭਾਵ ਹੁੰਦਾ ਹੈ ਬਸ ਦੇ ਵਿੱਚ। ਸਾਸ ਦਾ ਭਾਵ ਹੁੰਦਾ ਹੈ ਹਰੇਕ ਸਾਹ ਦੇ ਨਾਲ। ਗਿਰਾਸ ਦਾ ਭਾਵ ਹੁੰਦਾ ਹੈ ਗਿਰਾਹੀ ਦੇ ਨਾਲ। ਪਾਤਸ਼ਾਹ ਕਹਿੰਦੇ ਜਨਮ ਜਰਾ ਮਿਰਤ ਜਿਸ ਵਾਸ, ਸੋ ਸਮਰੱਥ ਸਿਮਰ ਸਾਸ ਗਿਰਾਸ। ਸਤਿਗੁਰੂ ਕਹਿੰਦੇ ਹੇ ਭਾਈ, ਸਾਡਾ ਜਿਉਣਾ, ਸਾਡਾ ਬੁਢੇਪਾ ਤੇ ਸਾਡੀ ਮੌਤ ਜਿਸ ਪਰਮਾਤਮਾ ਦੇ ਵਸ ਦੇ ਵਿੱਚ ਹੈ ਨਾ, ਉਸ ਸਭ ਤਾਕਤਾਂ ਦੇ ਮਾਲਕ ਪਰਮੇਸ਼ਰ ਨੂੰ ਹਰੇਕ ਸਾਹ ਦੇ ਨਾਲ, ਹਰੇਕ ਗਰਾਹੀ ਦੇ ਨਾਲ ਸਿਮਰਦੇ ਰਹਿਣਾ ਚਾਹੀਦਾ ਹੈ। ਆ ਸਾਡਾ ਜਿਉਣਾ, ਸਾਡੇ ਸਵਾਸ ਕਿਹਦੇ ਵਸ ਦੇ ਵਿੱਚ ਨੇ?
ਇਹ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਸਾਹ ਆ ਰਹੇ ਨੇ, ਜਾ ਰਹੇ ਨੇ। ਸਾਡਾ ਜਿਉਣਾ ਵੀ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਸਾਡਾ ਬੁਢੇਪਾ ਵੀ ਤੇ ਸਾਡੀ ਮੌਤ ਵੀ ਜਿਸ ਪਰਮਾਤਮਾ ਦੇ ਵੱਸ ਦੇ ਵਿੱਚ ਹੈ, ਉਹ ਸਭ ਤਾਕਤਾਂ ਦਾ ਮਾਲਕ ਹੈ ਤੇ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ। ਹਰੇਕ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ। ਜਨਮ ਜਰਾ ਮਿਰਤ ਜਿਸ ਵਾਸ, ਸੋ ਸਮਰੱਥ ਸਿਮਰ ਸਾਸ ਗਿਰਾਸ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ, ਪਾਸਕ ਦੇ ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸੁਆਮੀ ਕਾ ਨਾਨਕ ਟੇਕ। ਸਖਾ ਦਾ ਭਾਵ ਹੁੰਦਾ ਸਾਧ ਸੰਗਤ ਜੀ ਸਾਥੀ, ਮਿੱਤਰ। ਟੇਕ ਦਾ ਭਾਵ ਹੁੰਦਾ ਹੈ ਸਹਾਰਾ, ਆਸਰਾ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੀ ਨਾਨਕ ਆਖ ਹੀ ਭਾਈ, ਇੱਕ ਪਰਮਾਤਮਾ ਹੀ ਸਾਡਾ ਜੀਵਾਂ ਦਾ ਮਿੱਤਰ ਹੈ, ਸੱਜਣ ਹੈ, ਸਾਥੀ ਹੈ ਤੇ ਉਸ ਮਾਲਕ ਪਰਮੇਸ਼ਰ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਸਹਾਰਾ ਹੈ। ਜਿਹੜਾ ਪਰਮਾਤਮਾ ਪਰਮੇਸ਼ਰ ਹੈ ਉਹ ਸਾਡਾ ਮਿੱਤਰ ਹੈ ਤੇ ਪਰਮਾਤਮਾ ਦਾ ਨਾਮ ਸਾਡੀ ਜ਼ਿੰਦਗੀ ਦਾ ਸਹਾਰਾ ਹੈ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ, ਗੌੜੀ ਮਹੱਲਾ ਪੰਜਵਾ। ਬਾਹਰ ਰਾਖਿਓ ਹਿਰਦੈ ਸੰਮਾਲ, ਘਰ ਆਏ ਗੋਬਿੰਦ ਲੈ ਨਾਲ। ਸਤਿਗੁਰੂ ਅਰਜਨ ਦੇਵ ਮਹਾਰਾਜ ਸਭ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ ਕਿ ਬਾਹਰ ਰਾਖਿਓ ਹਿਰਦੈ ਸੰਮਾਲ। ਬਾਹਰ ਦਾ ਭਾਵ ਹੁੰਦਾ ਹੈ ਜਗਤ ਦੇ ਨਾਲ ਵਰਤਨ ਵਿਹਾਰ ਕਰਦੇ ਆ। ਹਿਰਦੇ ਦਾ ਭਾਵ ਹੁੰਦਾ ਹੈ ਹਿਰਦੇ ਦੇ ਵਿੱਚ। ਸੰਭਾਲ ਦਾ ਭਾਵ ਹੁੰਦਾ ਹੈ ਸੰਭਾਲ ਕੇ। ਘਰ ਦਾ ਭਾਵ ਹੁੰਦਾ ਹੈ ਹਿਰਦੇ ਘਰ ਦੇ ਵਿੱਚ। ਲੈ ਨਾਲ ਦਾ ਭਾਵ ਹੁੰਦਾ ਹੈ ਨਾਲ ਲੈ ਕੇ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੀ ਭਾਈ ਜਗਤ ਦੇ ਨਾਲ ਕਾਰ ਵਿਹਾਰ ਕਰਦੇ ਆ। ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ। ਜਗਤ ਦੇ ਨਾਲ ਕਾਰ ਵਿਹਾਰ ਕਰਦੇ ਆ। ਸੰਤ ਜਨਾਂ ਨੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਿਆ ਹੁੰਦਾ ਹੈ ਤੇ ਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ ਘਰ ਦੇ ਵਿੱਚ ਸਦਾ ਆਪਣੇ ਨਾਲ ਰੱਖਦੇ ਨੇ। ਤੇ ਅੱਗੇ ਸਤਿਗੁਰੂ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ, ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ ਰਹਾਉ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੇ ਭਾਈ ਪਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿੱਚ ਵਸਦਾ ਹੈ। ਭਾਵ ਪਰਮਾਤਮਾ ਦੀ ਬੰਦਗੀ ਦੇ ਨਾਲ ਕਰਨ ਵਾਲੇ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ ਤੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦਾ ਮਨ ਰੰਗਿਆ ਰਹਿੰਦਾ ਹੈ, ਜਿਹੜੇ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਦੇ ਨੇ। ਤਨ ਭਾਵ ਹਰੇਕ ਗਿਆਨ ਇੰਦਰਾ ਉਹਨਾਂ ਦਾ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ, ਜਾ ਕੇ ਹਿਰਦੈ ਵਸਿਓ ਹਰ ਨਾਮ,
ਸਗਲ ਮਨੋਰਥਾ ਤਾਂ ਕੀ ਪੂਰਨ ਕਾਮ। ਸਤਿਗੁਰੂ ਕਹਿੰਦੇ ਗੁਰ ਪ੍ਰਸਾਦੀ ਸਾਗਰ ਤਰਿਆ, ਗੁਰ ਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੀ ਕਿਲ ਬਿਕ ਸਭ ਹਿਰਿਆ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ ਹੇ ਭਾਈ, ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਸਾਂਭ ਕੇ ਸੰਤ ਜਨ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਭਾਵ ਜਿਹੜੇ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜਦੇ ਨੇ, ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ ਤੇ ਅਨੇਕਾਂ ਜਨਮਾਂ ਦੇ ਪਹਿਲੇ ਕੀਤੇ ਹੋਏ ਸਾਰੇ ਪਾਪ ਦੂਰ ਕਰ ਲੈਂਦੇ ਨੇ, ਸਾਰੇ ਦੁੱਖਾਂ ਕਲੇਸ਼ਾਂ ਦਾ ਉਹ ਨਾਸ਼ ਕਰ ਲੈਂਦੇ ਨੇ ਪਰਮਾਤਮਾ ਦੀ ਬੰਦਗੀ ਕਰਕੇ। ਸਤਿਗੁਰੂ ਕਹਿੰਦੇ ਸੋਭਾ ਸੁਰਤ ਨਾਮ ਭਗਵੰਤਾ, ਪੂਰੇ ਗੁਰ ਕਾ ਨਿਰਮਲ ਮੰਤ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਹੇ ਭਾਈ, ਤੂੰ ਵੀ ਪੂਰੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ। ਤੈਨੂੰ ਗੁਰੂ ਕਹਿੰਦਾ ਕੀ ਹੈ? ਗੁਰੂ ਦਾ ਤੇਰੇ ਵਾਸਤੇ ਉਪਦੇਸ਼ ਕੀ ਹੈ? ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ। ਜਿਹੜਾ ਮਨੁੱਖ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਾਉਂਦਾ ਹੈ ਨਾ, ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਰੱਖਦਾ ਹੈ ਸਾਂਭ ਕੇ, ਉਹ ਸੋਹਣੇ ਜੀਵਨ ਵਾਲਾ ਤੇ ਵੱਡੇ ਭਾਗਾਂ ਵਾਲਾ ਮਨੁੱਖ ਬਣ ਜਾਂਦਾ ਹੈ। ਉਹ ਲੋਕ ਪਰਲੋਕ ਦੇ ਵਿੱਚ ਵਡਿਆਈ ਖੱਟਦਾ ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ। ਉਸ ਦੀ ਸੁਰਤ ਪਰਮਾਤਮਾ ਦੇ ਨਾਮ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਰ ਵੇਲੇ ਜੁੜੀ ਰਹਿੰਦੀ ਹੈ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਦੇ ਚਰਨ ਕਮਲ ਹਿਰਦੈ ਮੈਂ ਜਾਪ, ਨਾਨਕ ਪੇਖ ਜੀਵੈ ਪ੍ਰਤਾਪ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ ਕਿ ਚਰਨ ਕਮਲ ਹਿਰਦੈ ਮੈਂ ਜਾਪ, ਨਾਨਕ ਪੇਖ ਜੀਵੈ ਪ੍ਰਤਾਪ। ਸਤਿਗੁਰੂ ਕਹਿੰਦੇ ਹੇ ਭਾਈ, ਤੂੰ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ ਜਪਦਾ ਰਹਿ। ਗੁਰੂ ਦੇ ਵਚਨ, ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਜਪਦਾ ਰਹਿ। ਨਾਨਕ ਉਸ ਪਰਮਾਤਮਾ ਦਾ ਪ੍ਰਤਾਪ ਵੇਖ ਕੇ ਆਤਮਿਕ ਜੀਵਨ ਹਾਸਲ ਕਰਦਾ ਹੈ। ਤੇ ਸਤਿਗੁਰੂ ਅੱਗੇ ਫਿਰ ਬਖਸ਼ਿਸ਼ ਕਰਦੇ ਨੇ ਕਿ ਗੌੜੀ ਮਹੱਲਾ ਪੰਜਵਾ। ਧਨ ਇਹ ਥਾਨ ਗੋਬਿੰਦ ਗੁਣ ਗਾਏ, ਕੁਸਲ ਖੇਮ ਪ੍ਰਭ ਆਪ ਵਸਾਏ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਸ਼ਬਦ ਦੀ ਸ਼ੁਰੂਆਤ ਕਰਦੇ ਨੇ ਤੇ ਬਖਸ਼ਿਸ਼ ਕਰਦੇ ਨੇ ਕਿ ਇਹ ਧਨ ਇਹੋ ਥਾਨ ਗੋਬਿੰਦ ਗੁਣ ਗਾਏ, ਕੁਸਲ ਖੇਮ ਪ੍ਰਭ ਆਪ ਵਸਾਏ ਰਹਾਓ। ਧਨ ਦਾ ਭਾਵ ਹੁੰਦਾ ਸਤ ਸੰਗੀ ਭਾਗਾਂ ਵਾਲਾ। ਇਹ ਥਾਨ ਦਾ ਭਾਵ ਹੁੰਦਾ ਇਹ ਹਿਰਦਾ ਥਾਂ। ਕੁਸਲ ਦਾ ਭਾਵ ਹੁੰਦਾ ਹੈ ਸੁਖ ਆਨੰਦ। ਪ੍ਰਭ ਦਾ ਭਾਵ ਹੁੰਦਾ ਹੈ ਪਰਮੇਸ਼ਰ ਨੇ। ਸਤਿਗੁਰੂ ਕਹਿੰਦੇ ਹੇ ਭਾਈ, ਗੋਬਿੰਦ ਦੇ ਗੁਣ ਗਾਉਂਦੇ ਆ। ਮਨੁੱਖ ਦਾ ਇਹ ਹਿਰਦਾ ਥਾਂ ਭਾਗਾ ਬਣ ਜਾਂਦਾ ਹੈ, ਜਿਸ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ।
ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ ਨਾ, ਬੰਦਗੀ ਕਰਦੇ ਨੇ, ਪਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਨੇ, ਪਰਮਾਤਮਾ ਦੇ ਗੁਣ ਗਾਉਂਦਿਆਂ ਤੋਂ ਮਨੁੱਖ ਦਾ ਇਹ ਹਿਰਦਾ ਥਾਂ ਭਾਗਾਂ ਵਾਲਾ ਬਣ ਜਾਂਦਾ ਹੈ। ਕਿਉਂਕਿ ਜਿਸ ਹਿਰਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਆ ਵਸੀ, ਉਸ ਦੇ ਵਿੱਚ ਪਰਮਾਤਮਾ ਨੇ ਆਪ ਸਾਰੇ ਸੁੱਖ, ਸਾਰੇ ਆਨੰਦ ਲਿਆ ਕੇ ਵਸਾਏ ਹੋਏ ਨੇ। ਪਰਮਾਤਮਾ ਨੇ ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ, ਬੇਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਬੇਪਤ ਦਾ ਭਾਵ ਹੁੰਦਾ ਹੈ ਮੁਸੀਬਤਾਂ, ਔਖਾ ਸਮਾਂ, ਔਖੀ ਘੜੀ। ਕੋਟ ਦਾ ਭਾਵ ਹੁੰਦਾ ਹੈ ਕਰੋੜਾਂ। ਗਾਹੀ ਦਾ ਭਾਵ ਹੁੰਦਾ ਹੈ ਗਾਏ ਜਾਂਦੇ ਨੇ। ਬੇਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੀ ਭਾਈ, ਬਿਪਤਾ ਸਦਾ ਉਸ ਹਿਰਦੇ ਵਿੱਚ ਵਾਪਰਦੀ ਰਹਿੰਦੀ ਹੈ। ਔਖਾ ਸਮਾਂ ਉਹਨਾਂ ਮਨੁੱਖਾਂ ਤੇ ਆਉਂਦਾ ਹੈ ਜਿਸ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ। ਉਹਨਾਂ ਸਰੀਰਾਂ ਨੂੰ ਔਖਾ ਸਮਾਂ ਵਿਆਪਦਾ ਹੈ। ਔਖੇ ਮੁਸੀਬਤ ਦਾ ਸਮਾਂ ਉਹਨਾਂ ਮਨੁੱਖਾਂ ਦੇ ਸਰੀਰ ਵਿੱਚ ਆਉਂਦਾ ਹੈ ਜਿਸ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਨਹੀਂ। ਜਿਹੜਾ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹਨਾਂ ਨੂੰ ਦੁੱਖ ਜ਼ਿਆਦਾ ਵਿਆਪਦੇ ਨੇ। ਜਿਸ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ ਤੇ ਉੱਥੇ ਕਰੋੜਾਂ ਆਨੰਦ ਮਾਣੇ ਜਾਂਦੇ ਨੇ। ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਨੇ ਉਹ ਕਰੋੜਾਂ ਹੀ ਆਨੰਦ ਮਾਣਦੇ ਨੇ। ਉਹ ਮਨੁੱਖ ਪਰਮਾਤਮਾ ਦੀ ਬੰਦਗੀ ਕਰਨ ਵਾਲੇ। ਪਾਤਸ਼ਾਹ ਕਹਿੰਦੀ, ਹਰ ਵਿਸਰਿਆ ਦੁੱਖ ਰੋਗ ਘਨੇਰੇ, ਪ੍ਰਭ ਸੇਵਾ ਜਮ ਲੱਗੈ ਨਾ ਨੇਰੇ। ਹਰ ਵਿਸਰੇ ਦਾ ਭਾਵ ਹੁੰਦਾ ਹੈ ਜੇ ਪਰਮਾਤਮਾ ਭੁੱਲ ਜਾਵੇ। ਘਨੇਰੇ ਦਾ ਭਾਵ ਹੁੰਦਾ ਸਤਸੰਗੀ ਬਹੁਤ। ਨੇਰੇ ਦਾ ਭਾਵ ਹੁੰਦਾ ਨੇੜੇ। ਪਾਤਸ਼ਾਹ ਕਹਿੰਦੇ, ਹਰ ਵਿਸਰਿਆ ਦੁੱਖ ਰੋਗ ਘਨੇਰੇ, ਪ੍ਰਭ ਸੇਵਾ ਜਮ ਲੱਗੈ ਨਾ ਨੇਰੇ। ਸਤਿਗੁਰੂ ਕਹਿੰਦੇ, ਹੇ ਭਾਈ, ਜੋ ਮਨੁੱਖ ਪਰਮਾਤਮਾ ਦੇ ਨਾਮ ਨੂੰ ਵਿਸਰ ਜਾਵੇ, ਜੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਵੇ ਤਾਂ ਉਸ ਨੂੰ ਅਨੇਕਾਂ ਦੁੱਖ, ਅਨੇਕਾਂ ਰੋਗ ਉਸ ਮਨੁੱਖ ਨੂੰ ਆ ਕੇ ਘੇਰ ਲੈਂਦੇ ਨੇ। ਹਰ ਵਿਸਰਿਆ ਦੁੱਖ ਰੋਗ ਘਨੇਰੇ। ਜੋ ਮਨੁੱਖ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਦੇ ਨੇ, ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦੇ ਨੇ ਜਿਹੜੇ ਮਨੁੱਖ ਆ, ਤਾਂ ਉਸ ਨੂੰ ਅਨੇਕਾਂ ਦੁੱਖ, ਅਨੇਕਾਂ ਰੋਗ ਉਹਨੂੰ ਚਾਰੇ ਪਾਸਿਆਂ ਤੋਂ ਘੇਰ ਲੈਂਦੇ ਨੇ। ਉਸ ਮਨੁੱਖ ਨੂੰ, ਪਰਮਾਤਮਾ ਦੀ ਬੰਦਗੀ ਨਾ ਕਰਨ ਵਾਲੇ ਨੂੰ ਦੁੱਖ ਘੇਰ ਲੈਂਦੇ ਨੇ। ਪਰ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਆ, ਜਮਾਂ ਦਾ, ਮੌਤ ਦਾ ਜਿਹੜਾ ਡਰ ਹੈ ਉਹ ਵੀ ਮਨੁੱਖ ਦੇ ਨੇੜੇ ਨਹੀਂ ਆਉਂਦਾ। ਕਿਸੇ ਪ੍ਰਕਾਰ ਦਾ ਉਸ ਮਨੁੱਖ ਨੂੰ ਡਰ ਨਹੀਂ ਰਹਿੰਦਾ ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ। ਤੇ ਆਤਮਿਕ ਮੌਤ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੀ ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਨੂੰ ਸਮਰਪਿਤ ਹੋ ਗਿਆ, ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਦੇ ਨਾਲ ਜਿਹੜਾ ਜੁੜ ਜਾਂਦਾ ਹੈ। ਪਾਤਸ਼ਾਹ ਕਹਿੰਦੇ, ਸੋ ਬੜਭਾਗੀ ਨੀਚਲ ਥਾਨ, ਜਹ ਜਪੀਐ ਪ੍ਰਭ ਕੇਵਲ ਨਾਮ। ਥਾਨ ਦਾ ਭਾਵ ਹੁੰਦਾ ਹੈ ਥਾਂ, ਹਿਰਦਾ। ਜਹ ਦਾ ਭਾਵ ਹੁੰਦਾ ਸਾਧ ਸੰਗੀ, ਜਿੱਥੇ। ਸੋ ਬੜਭਾਗੀ ਨੀਚਲ ਥਾਨ, ਜਹ ਜਪੀਐ ਪ੍ਰਭ ਕੇਵਲ ਨਾਮ।
ਸਤਿਗੁਰੂ ਕਹਿੰਦੇ ਹੇ ਭਾਈ, ਉਹ ਹਿਰਦਾ ਥਾਂ, ਉਹ ਸਰੀਰ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਉਹ ਹਿਰਦਾ ਸਦਾ ਅਡੋਲ ਰਹਿੰਦਾ ਹੈ ਜਿਸ ਦੇ ਵਿੱਚ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ। ਉਹ ਸਰੀਰ ਭਾਗਾਂ ਵਾਲਾ ਹੋ ਜਾਂਦਾ ਹੈ ਜਿਸ ਸਰੀਰ ਦੇ ਰਾਹੀਂ ਪਰਮਾਤਮਾ ਦੀ ਬੰਦਗੀ ਕੀਤੀ ਜਾਵੇ, ਸੇਵਾ ਭਗਤੀ ਕੀਤੀ ਜਾਵੇ, ਨਾਮ ਜਪਿਆ ਜਾਵੇ। ਤੇ ਸਤਿਗੁਰੂ ਕਹਿੰਦੇ ਜਹ ਜਾਈਐ ਤਹ ਨਾਲ ਮੇਰਾ ਸੁਆਮੀ, ਨਾਨਕ ਕਉ ਮਿਲਿਆ ਅੰਤਰਜਾਮੀ। ਸੁਆਮੀ ਦਾ ਭਾਵ ਹੁੰਦਾ ਹੈ ਮਾਲਕ, ਪਰਮੇਸ਼ਰ। ਕਉ ਦਾ ਭਾਵ ਹੁੰਦਾ ਹੈ ਨੂੰ। ਅੰਤਰਜਾਮੀ ਦਾ ਭਾਵ ਹੁੰਦਾ ਹੈ ਦਿਲਾਂ ਦੀ ਜਾਣਨ ਵਾਲਾ। ਪਾਤਸ਼ਾਹ ਕਹਿੰਦੇ ਜਹ ਜਾਈਐ ਤਹ ਨਾਲ ਮੇਰਾ ਸੁਆਮੀ, ਨਾਨਕ ਕਉ ਮਿਲਿਆ ਅੰਤਰਜਾਮੀ। ਇਸ ਸਭ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਹੇ ਭਾਈ, ਸਭ ਦੇ ਦਿਲਾਂ ਦੀ ਜਾਣਨ ਵਾਲਾ ਪਰਮੇਸ਼ਰ ਆਪਣੀ ਕਿਰਪਾ ਦੇ ਨਾਲ ਮੈਨੂੰ ਨਾਨਕ ਨੂੰ ਮਿਲ ਪਿਆ। ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੀ ਕਿਰਪਾ ਦੇ ਨਾਲ ਮੈਨੂੰ ਨਾਨਕ ਨੂੰ ਮਿਲ ਪਿਆ। ਤੇ ਹੁਣ ਮੈਂ ਜਿੱਧਰ ਵੇਖਦਾ ਉਧਰ ਹੀ ਮੈਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੈਨੂੰ ਆਪਣੇ ਨਾਲ ਦਿਸਦਾ। ਜਿੱਧਰ ਵੀ ਮੈਂ ਉਹਨੂੰ ਵੇਖਦਾ ਹਾਂ, ਜੇ ਮੇਰੀ ਨਿਗਾਹ ਪਾਣੀ ਦੇ ਵੱਲ ਜਾਂਦੀ ਹੈ ਤੇ ਪਾਣੀ ਦੇ ਵਿੱਚ ਵੀ ਮੈਨੂੰ ਉਹ ਪਰਮਾਤਮਾ ਵਸਦਾ ਦਿਸਦਾ ਹੈ। ਜੇ ਮੇਰੀ ਨਿਗਾਹ ਧਰਤੀ ਦੇ ਵੱਲ ਜਾਂਦੀ ਹੈ, ਧਰਤੀ ਦੇ ਵਿੱਚ ਵੀ ਮੈਨੂੰ ਉਹ ਪਰਮਾਤਮਾ ਵਸਦਾ ਦਿਸਦਾ ਹੈ। ਜੇ ਮੇਰੀ ਨਿਗਾਹ ਆਕਾਸ਼ ਦੇ ਵੱਲ ਜਾਂਦੀ ਹੈ ਤੇ ਉਸ ਆਕਾਸ਼ ਦੇ ਵਿੱਚ ਵੀ ਉਹ ਪਰਮਾਤਮਾ ਵਸਦਾ ਮੈਨੂੰ ਨਜ਼ਰ ਆ ਰਿਹਾ ਹੈ। ਇਸੇ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ। ਕੱਲ ਤੋਂ ਫੇਰ ਰਲ ਮਿਲ ਕੇ ਸਤਿਗੁਰਾਂ ਦੇ ਬਚਨਾਂ ਦੇ ਨਾਲ ਫਿਰ ਸਾਂਝ ਪਾਵਾਂਗੇ। ਇੱਥੋਂ ਤੱਕ ਸਤਿਗੁਰਾਂ ਦੇ ਬਚਨਾਂ ਦੇ ਨਾਲ ਸਾਂਝ ਪਾਉਣ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਰਹਿ ਗਈਆਂ ਹੋਣਗੀਆਂ ਜੋ ਆਪ ਜੀ ਦੇ ਧਿਆਨ ਵਿੱਚ ਆਈਆਂ ਹੋਣਗੀਆਂ। ਸਾਰੀਆਂ ਹੋਈਆਂ ਭੁੱਲਾਂ ਦੀ ਖਿਮਾ ਭਾਈ ਸੰਗਤ ਬਖਸ਼ਣਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।